ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਮਨ ਬਿਰਤੀਆਂ ਇਕਾਗਰ ਕਰੀਏ। ਘੜੀ ਥੋੜਾ ਸਮਾਂ ਆਪਣਾ ਮਨ ਜੋੜੀਏ ਧੰਨ ਧੰਨ ਸਾਹਿਬ ਸਤਿਗੁਰੂ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਪਿਆਰਿਓ, ਬਿਨਾਂ ਗੁਰਬਾਣੀ ਤੋਂ ਇਸ ਵੇਲੇ ਇਸ ਮਨ ਦਾ, ਇਸ ਤਨ ਦਾ ਕੋਈ ਆਸਰਾ ਨਹੀਂ, ਕਿਉਂਕਿ ਤਨ ਨਾਲ ਸੇਵਾ ਕਰੀਦੀ ਹੈ। ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨੇਫਲ ਕਰਨੀ। ਵਾਹਿਗੁਰੂ ਜੀ ਨੇ ਕਰ ਪੈਰ ਦਿੱਤੇ ਹੋਏ ਹਨ, ਹੱਥ ਦਿੱਤੇ ਹੋਏ ਹਨ, ਕਿਰਤ ਕਮਾਈ ਕਰਨ ਵਾਸਤੇ, ਸੇਵਾ ਕਰਨ ਵਾਸਤੇ। ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਚਿੱਤ ਲਾ ਕੇ, ਮਨ ਲਾ ਕੇ ਕਰਨੀ ਪੈਂਦੀ ਹੈ, ਬੜੇ ਸੁੱਖ ਮਿਲਦੇ ਹਨ। ਧੰਨ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਧੰਨ ਧੰਨ ਦਸਵੇਂ ਪਾਤਸ਼ਾਹ ਸਾਹਿਬ, ਕਲਗੀਆਂ ਵਾਲੇ, ਬਾਜਾਂ ਵਾਲੇ, ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਸਰਬੰਸਤਾਨੀ ਪਿਤਾ ਜੀ, ਪੰਥ ਦਿਵਾਲੀ ਦਾਤਾਰ ਪਾਤਸ਼ਾਹ ਜੀ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਆਪੋ ਆਪਣਾ ਮਨ ਜੋੜਨਾ ਕਰੀਏ। ਮਨ ਜੋੜਾਂਗੇ ਜਿਵੇਂ ਸੂਈ ਧਾਗਾ, ਮਸ਼ੀਨ ਵਿੱਚ ਧਾਗਾ ਪਾਇਆ ਹੋਵੇ ਤੇ ਕਫ ਲੱਗ ਜਾਂਦੇ ਹਨ, ਜੇਬਾਂ ਲੱਗ ਜਾਂਦੀਆਂ ਹਨ, ਤੀਰੇ ਲੱਗ ਜਾਂਦੇ ਹਨ, ਦੋਵੇਂ ਪੱਲੇ ਜੁੜ ਜਾਂਦੇ ਹਨ, ਭਾਵ ਕੱਪੜਾ ਸੀਤਾ ਜਾਂਦਾ ਹੈ। ਉਸੇ ਤਰ੍ਹਾਂ ਮਨ ਹੈ, ਸੀਤਾ ਕਦੇ ਨਾ ਪਾਟੇ। ਜੇ ਇਸ ਮਨ ਨੂੰ ਗੁਰੂ ਦੇ ਚਰਨਾਂ ਨਾਲ, ਗੁਰਬਾਣੀ ਨਾਲ ਜੋੜੀਏ ਤਾਂ ਇਹ ਜੁੜ ਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਦਸਮੇਸ਼ ਪਿਤਾ ਮਹਾਰਾਜ ਜੀ ਦੀ ਸਿੱਖਿਆ ਲੈ ਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਨੂੰ ਇਹ ਮਨ ਜਦੋਂ ਧਾਰਨ ਕਰ ਲੈਂਦਾ ਹੈ, ਅਕਾਲ ਪੁਰਖ ਜੀ ਨਾਲ ਜੁੜ ਜਾਂਦਾ ਹੈ। ਆਪਾਂ ਪੜ੍ਹ ਰਹੇ ਸੀ, ਮਨ ਨੂੰ ਜੋੜੋ ਗੁਰੂ ਚਰਨਾਂ ਦੇ ਵਿੱਚ। ਹੋ ਸਕਦਾ ਹੈ ਕੋਈ ਸ਼ਬਦ, ਇੱਕ ਅੱਖਰ ਵੀ ਮਨ ਵਿੱਚ ਵਸ ਜਾਵੇ। ਦਹੀਂ ਦੀ ਜਾਗ ਕੋਈ ਬਹੁਤੀ ਨਹੀਂ ਹੁੰਦੀ, ਚਮਚਾ ਦੋ ਚਮਚੇ ਹੁੰਦੇ ਨੇ, ਕਿੰਨਾ ਦੁੱਧ ਜੰਮ ਜਾਂਦਾ ਹੈ। ਥੋੜਾ ਜਿਹਾ ਵੀ ਕਿਤੇ ਮਨ ਲੱਗ ਜਾਵੇ, ਉਹਦੇ ਨਾਲ ਹੀ ਭਲਾ ਹੋ ਜਾਂਦਾ ਹੈ। ਐਸੇ ਨਾਮ ਵੀ ਆ ਜਾਂਦੇ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅਜਾ ਮਲ ਉਧਰਿਓ ਕਹਿ ਏਕ ਬਾਰ। ਇੱਕ ਵਾਰੀ ਨਾਰਾਇਣ ਕਿਹਾ, ਮਾਨਸ ਜਨਮ ਸਫਲਾ ਹੋ ਗਿਆ। ਆਪ ਜੀ ਨੇ ਸਰਵਣ ਕੀਤਾ ਸੀ, ਚਤਰ ਚੱਕਰ ਮਾਨਿਆ, ਚਤਰ ਚੱਕਰ ਦਾਨਿਆ, ਨਾ ਸਤਰੈ ਨਾ ਮਿੱਤਰੈ, ਨਾ ਭਰਮੰ ਨਾ ਪਿਤਰੈ, ਨਾ ਕਰਮੰ ਨਾ ਕਾਏ। ਉਹ ਅਕਾਲ ਪੁਰਖ ਵਾਹਿਗੁਰੂ ਜੀ ਕਾਇਆ ਤੋਂ ਰਹਿਤ ਹਨ। ਦੁਨੀਆ ਨੂੰ ਕਾਇਆ ਬਖਸ਼ ਦਿੱਤੀ ਹੈ, ਬੜਾ ਕੁਝ ਇਸ ਕਾਇਆ ਦੇ ਵਿੱਚ ਭਰ ਦਿੱਤਾ ਹੈ। ਉਹ ਵਾਹਿਗੁਰੂ ਜੀ ਅਜਨਮੰ ਅਜਾਏ, ਜਨਮ ਤੋਂ ਰਹਿਤ ਹਨ। ਅਜੂਨੀ ਹਨ। ਬਾਕੀ ਜਿੰਨੀਆਂ ਵੀ ਜੂਨਾਂ ਹਨ, ਮਿਲੇ ਹੋਏ ਸਮੇਂ ਦੇ ਮੁਤਾਬਕ, ਮਿਲੇ ਹੋਏ ਟਾਈਮ ਦੇ ਮੁਤਾਬਕ
ਜੰਮਣ ਮਰਨ ਉਹਨਾਂ ਦਾ ਚੱਲਦਾ ਰਹਿੰਦਾ ਹੈ। ਜਿਹੜੇ ਵਾਹਿਗੁਰੂ ਜੀ ਦੇ ਲੜ ਲੱਗ ਜਾਂਦੇ ਹਨ, ਜਪਦੇ ਹਨ ਸਤਨਾਮ ਸ੍ਰੀ ਵਾਹਿਗੁਰੂ, ਜੰਮਣ ਮਰਨ ਨਾ ਤਿੰਨ ਕੋ ਜੋ ਹਰ ਲੜ ਲਾਗੇ, ਉਹਨਾਂ ਦਾ ਜੰਮਣਾ ਮਰਨਾ ਮਿਟ ਜਾਂਦਾ ਹੈ, ਮੁੱਕ ਜਾਂਦਾ ਹੈ। ਧੰਨ ਧੰਨ ਸਾਹਿਬ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਨਾ ਚਿਤਰੈ ਨਾ ਮਿਤਰੈ ਪਰੇ ਹੈ ਪਵਿੱਤਰੈ। ਵਾਹਿਗੁਰੂ ਜੀ, ਦੁਨੀਆ ਤੇ ਮੂਰਤਾਂ ਹਨ, ਸੂਰਤਾਂ ਹਨ, ਪਰ ਆਪ ਅਕਾਲ ਪੁਰਖ ਵਾਹਿਗੁਰੂ ਜੀ ਅਕਾਲ ਮੂਰਤ ਹੋ। ਆਪ ਜੀ ਦੀ ਕੋਈ ਮੂਰਤ ਨਹੀਂ ਹੈ। ਦੁਨੀਆ ਤੇ ਕਿੰਨੇ ਮਿੱਤਰ ਹਨ, ਮਨ ਵੀ ਮਿੱਤਰ ਹੈ, ਸੁਣ ਮਨ ਮਿੱਤਰ ਪਿਆਰਿਆ। ਮਿਲ ਵੇਲਾ ਹੈ, ਇਹ ਵੇਲਾ ਹੈ, ਕਿਉਂਕਿ ਅਸਲ ਮਿੱਤਰ ਮਨ ਹੈ, ਜਿਹਨੂੰ ਸਮਝਾਉਣਾ ਹੈ। ਸੁਣ ਮਨ ਮਿੱਤਰ ਪਿਆਰਿਆ, ਮਿਲ ਵਾਹਿਗੁਰੂ ਜੀ ਨੂੰ ਮਿਲ ਪੈ, ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਵੇਲਾ ਹੈ ਇਹ ਵੇਲਾ ਹੈ ਮਾਨਸ ਜਨਮ, ਇਹ ਵੇਲਾ ਮੁੜ ਕੇ ਨਹੀਂ ਲੱਭਣਾ। ਧੰਨ ਹੋ ਅਕਾਲ ਪੁਰਖ ਵਾਹਿਗੁਰੂ ਜੀ, ਦੁਨੀਆ ਦੇ ਸਤਰ ਮਿੱਤਰ ਹਨ, ਪਰ ਆਪ ਜੀ ਮਿੱਤਰ ਰਹਿਤ ਹੋ, ਸਾਰਿਆਂ ਦੇ ਨਾਲ ਵੀ ਹੋ ਤੇ ਵੱਖ ਵੀ ਹੋ। ਕਿਧਰੇ ਤੁਹਾਡਾ ਸਰਗੁਣ ਸਰੂਪ ਹੈ, ਕਿਧਰੇ ਆਪ ਜੀ ਦਾ ਨਿਰਗੁਣ ਸਰੂਪ ਹੈ, ਕਿਧਰੇ ਆਪ ਜੀ ਦਾ ਸੁਨ ਸਮਾਧ ਸਰੂਪ ਹੈ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਕਿਧਰੇ ਇਹ ਜਿਹੜੀ ਰਚਨਾ ਤੁਸਾਂ ਰਚਾਈ ਹੈ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਪਰੇ ਹੈ ਪਵਿੱਤਰ ਸਾਰਿਆਂ ਦੇ ਨਾਲ ਵੀ ਹੋ, ਜਿਵੇਂ ਪਰਛਾਵਾਂ ਹੈ, ਤੇ ਸਾਰਿਆਂ ਤੋਂ ਦੂਰ ਵੀ ਹੋ, ਪਵਿੱਤਰ ਹੋ। ਦੁਨੀਆ ਜਿਹੜੀ ਤੁਸਾਂ ਬਣਾਈ ਹੈ, ਉਹਨਾਂ ਕੋਲੋਂ ਕਰਮ ਐਸੇ ਹੋ ਜਾਂਦੇ ਹਨ, ਮੈਲੇ ਹੋ ਜਾਂਦੇ ਹਨ, ਦੁੱਖ ਪਾਉਂਦੇ ਹਨ। ਮੈਲੇ ਕਰਮ ਕਰੇ ਦੁੱਖ ਪਾਏ, ਦੇਹ ਅਪਵਿੱਤਰ ਹੋ ਜਾਂਦੀ ਹੈ, ਮਨ ਅਪਵਿੱਤਰ ਹੋ ਜਾਂਦਾ ਹੈ, ਇੰਪਿਓਰ ਹੋ ਜਾਂਦਾ ਹੈ। ਤੁਸੀਂ ਨੇੜੇ ਵੀ ਹੋ, ਦੂਰ ਵੀ ਹੋ, ਆਪ ਜੀ ਦਾ ਅਕਸ ਪਰਛਾਵਾਂ ਜਿਹੜਾ ਹੈ, ਉਹਦੇ ਵਿੱਚ ਹੀ ਸਾਰੀ ਦੁਨੀਆ ਨਜ਼ਰ ਆ ਰਹੀ ਹੈ। ਪਰ ਆਪ ਪਵਿੱਤਰ ਹੋ ਬੈਠਾ ਵੇਖੈ ਵੱਖ ਇਕੇਲਾ। ਆਪ ਵੱਖਰੇ ਬੈਠੇ ਹੋ, ਪਵਿੱਤਰ ਹੋ। ਜਿਹੜੇ ਤੁਹਾਡਾ ਨਾਮ ਜਪਦੇ ਹਨ, ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਪਿਰਥੀਸੈ ਆਦੀਸੈ ਆਦ੍ਰਿਸੈ ਆਕਿਰਸੈ। ਧਰਤੀ ਦੇ ਮਾਲਕ ਹੋ। ਆ ਜਿਹੜੀ ਪ੍ਰਿਥਵੀ ਹੈ, ਇਹ ਜਿੰਨੀਆਂ ਵੀ ਧਰਤੀਆਂ ਹਨ, ਆਹ ਧਰਤੀ ਜਿਸ ਤੇ ਅਸੀਂ ਹੁਣ ਸੰਸਾਰ ਦੇ ਜੀਵ ਰਹਿ ਰਹੇ ਹਾਂ, ਇਹਦੇ ਮਾਲਕ ਵਾਹਿਗੁਰੂ ਜੀ ਤੁਸੀਂ ਹੋ। ਹੋਰ ਵੀ ਜਿੰਨੀਆਂ ਧਰਤੀਆਂ ਹਨ, ਪਾਤਾਲਾਂ ਪਾਤਾਲ, ਉਹਨਾਂ ਸਾਰਿਆਂ ਦੇ ਮਾਲਕ ਆਪ ਹੋ। ਆਦੀਸੈ ਵਾਹਿਗੁਰੂ ਹੋ, ਸਤ ਕਰਤਾਰ ਹੋ, ਈਸ਼ਵਰ ਹੋ। ਦੁਨੀਆ ਆਦੇਸ਼ ਕਰ ਰਹੀ ਹੈ, ਤੁਹਾਡਾ ਅੰਤ ਨਹੀਂ ਪਾਇਆ ਜਾ ਸਕਦਾ। ਜਪਜੀ ਸਾਹਿਬ ਜੀ ਦੇ ਵਿੱਚ ਸਤਿਗੁਰੂ ਜੀ ਫਰਮਾਉਂਦੇ ਹਨ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਧਰਤੀ ਸਾਰੀ ਦੇ ਮਾਲਕ ਹੋ। ਆਦੀਸੈ
ਹਾਈਡ ਹੋ, ਦਿਸਦੇ ਨਹੀਂ। ਆਜੋ ਦ੍ਰਿਸ਼ਟਮਾਨ ਸਭ ਬਿਨਸੇ, ਆਜੋ ਦ੍ਰਿਸ਼ਟਮਾਨ ਜੋ ਕੁਝ ਵੀ ਤੁਸਾਂ ਇਹ ਸੰਸਾਰ ਰਚਿਆ ਹੈ, ਇਹ ਤੁਸਾਂ ਬਿਨਸਣ ਵਾਲਾ, ਖਤਮ ਹੋਣ ਵਾਲਾ ਬਣਾਇਆ ਹੈ। ਇੱਥੇ ਆਉਣਾ ਜਾਣਾ ਲੱਗਾ ਰਹਿੰਦਾ ਹੈ। ਅੱਜ ਕੁਝ ਹੈ, ਕੱਲ ਕੁਝ ਹੈ, ਆਉਣ ਵਾਲੀਆਂ ਪੀੜ੍ਹੀਆਂ ਦੇ ਟਾਈਮ ਤੇ ਕੁਝ ਹੈ। ਪਾਸਟ ਜੋ ਬੀਤ ਗਿਆ ਉਦੋਂ ਕੁਝ ਹੋਰ ਸੀ। ਇਹ ਅਦਲਾ ਬਦਲੀ ਵਾਹਿਗੁਰੂ ਜੀ ਤੁਸਾਂ ਨੇ ਰਚਾਈ ਹੋਈ ਹੈ। ਇਹ ਸਭ ਕੁਝ ਦਿਸ ਰਿਹਾ ਹੈ। ਆ ਮਕਾਨ ਹਨ, ਆ ਪੁੱਤਰ ਹਨ, ਆ ਧੀਆਂ ਹਨ, ਆ ਰਿਸ਼ਤੇਦਾਰੀਆਂ ਹਨ, ਆ ਬਸਤਰ ਹਨ, ਆ ਸੋਨਾ ਹੈ, ਆ ਚਾਂਦੀ ਹੈ, ਆ ਮੋਟਰਾਂ ਹਨ, ਆ ਗੱਡੀਆਂ ਹਨ, ਆ ਸਾਡੀ ਮਲਕੀਅਤ ਹੈ। ਇਹ ਦਿਸ ਰਹੀ ਹੈ ਇਸ ਧਰਤੀ ਤੇ। ਪਰ ਵਾਹਿਗੁਰੂ ਜੀ ਤੁਸੀਂ ਆ ਦਿਸੈ ਦਿਸਦੇ ਨਹੀਂ, ਨਜ਼ਰ ਨਹੀਂ ਆਉਂਦੇ, ਨਿਰਗੁਣ ਸਰੂਪ ਵਿੱਚ ਹੋ। ਸਰਗੁਣ ਵਿੱਚ ਤੁਹਾਡੀਆਂ ਸ਼ਕਤੀਆਂ ਜਿਹੜੀਆਂ ਹਨ, ਉਹਨਾਂ ਨੂੰ ਸੰਸਾਰ ਦੇ ਜੀਵ ਦੇਖ ਰਹੇ ਹਨ, ਪਰ ਹੈਗੇ ਤੁਸੀਂ ਆਪ ਹੀ ਹੋ ਸਰਗੁਣ ਵਿੱਚ ਵੀ। ਜਿਵੇਂ ਕੋਈ ਪਰਛਾਵਾਂ ਹੁੰਦਾ ਹੈ, ਮਕਾਨਾਂ ਦੇ ਪਰਛਾਵੇਂ, ਗੁਰੂ ਘਰਾਂ 'ਚ ਕਿੰਨੇ ਕਿੰਨੇ ਉੱਚੇ ਨਿਸ਼ਾਨ ਸਾਹਿਬ ਹਨ, ਉਹਨਾਂ ਦੇ ਪਰਛਾਵੇਂ, ਪਰ ਨਿਸ਼ਾਨ ਸਾਹਿਬ ਆਪਣੇ ਅਸਥਾਨ ਤੇ ਸਥਿਤ ਹੈ, ਟਿਕਿਆ ਹੋਇਆ ਹੈ। ਥੜਾ ਸਾਹਿਬ ਜਿੱਥੇ ਸੰਗਤਾਂ ਮੱਥਾ ਟੇਕਦੀਆਂ ਹਨ, ਜਿੰਨਾ ਲੰਮਾ ਨਿਸ਼ਾਨ ਸਾਹਿਬ ਉੱਚਾ ਹੈ, ਓਨਾ ਹੀ ਪਰਛਾਵਾਂ ਜਾ ਰਿਹਾ ਹੈ। ਉਸ ਵਾਂਗੂ ਸਤਿਗੁਰੂ ਜੀ ਤੁਸੀਂ ਸਾਰਿਆਂ ਦੇ ਵਿੱਚ ਹੋ, ਅਦ੍ਰਿਸ਼ਟ ਹੋ। ਆਪ ਜੀ ਦੇ ਹੁਕਮ ਹਨ ਗੁਰਬਾਣੀ ਵਿੱਚ, ਅਦ੍ਰਿਸ਼ਟ ਦਿਸੈ ਤਾਂ ਕਹਿਆ ਜਾਏ। ਜੋ ਹੈ ਅਦ੍ਰਿਸ਼ਟ ਨਜ਼ਰ ਨਹੀਂ ਆ ਰਿਹਾ, ਜੇ ਨਜ਼ਰ ਆਵੇ ਤੇ ਕਿਹਾ ਜਾਵੇ ਨਾ। ਪਿਰਥੀਸੈ ਆਦਿਸੈ, ਤੁਸੀਂ ਈਸ਼ਵਰ ਹੋ, ਅਕਾਲ ਪੁਰਖ ਹੋ, ਵਾਹਿਗੁਰੂ ਹੋ, ਆਦ ਹੋ। ਆਦਿਸੈ ਦਿਸਦੇ ਨਹੀਂ, ਸਰਗੁਣ ਵਿੱਚ ਦਿਸਦੇ ਹੋ। ਆਦ੍ਰਿਸੈ ਅਕ੍ਰਸੈ, ਦ੍ਰਿਸ਼ਟੀ ਤੋਂ, ਅੱਖਾਂ ਦੀ ਦ੍ਰਿਸ਼ਟੀ ਤੋਂ ਦੂਰ ਹੋ। ਅੱਖਾਂ ਬੰਦ ਵੀ ਕਰ ਲਵੋ ਤਾਂ ਵੀ, ਜੇ ਜੀਵ ਬੰਦ ਕਰ ਲੈਣ, ਬੜੀ ਕੋਸ਼ਿਸ਼ ਕਰਦੇ ਹਨ, ਲੱਗੇ ਰਹਿੰਦੇ ਹਨ, ਐਫਰਟ ਕਰਦੇ ਹਨ, ਕੋਸ਼ਿਸ਼ ਕਰਦੇ ਹਨ, ਮਿਹਨਤ ਕਰਦੇ ਹਨ, ਵਾਹਿਗੁਰੂ ਜੀ ਦਿਸ ਪੈਣ। ਪਰ ਇਸ ਦ੍ਰਿਸ਼ਟੀ ਤੋਂ ਦੂਰ ਹੋ। ਅਕ੍ਰਿਸੈ, ਨਿਰਬਲ ਹੋਣ ਵਾਲੇ ਨਹੀਂ, ਦੁਨੀਆ ਨਿਰਬਲ ਹੋ ਜਾਂਦੀ ਹੈ। ਕਦੀ ਸਰੀਰ ਵਿੱਚ ਬਲ ਰਹਿੰਦਾ ਹੈ, ਕਦੀ ਬਲ ਸਾਰਾ ਹੀ ਖਤਮ ਹੋ ਜਾਂਦਾ ਹੈ, ਲੱਤਾਂ ਕੰਬਣ ਲੱਗ ਪੈਂਦੀਆਂ ਹਨ, ਦੇਹ ਫਰੇਲ ਹੋ ਜਾਂਦੀ ਹੈ, ਪਤਲੀ ਪੈ ਜਾਂਦੀ ਹੈ। ਕਈ ਵਾਰੀ ਉਮਰ ਦੇ ਨਾਲ ਨਾਲ ਸਾਰਾ ਕੁਝ ਹੀ ਮੁੱਕ ਜਾਂਦਾ ਹੈ। Known to be 72, he becomes frail and wisdomless unwise. 70 ਕਾ ਮਤਹੀਣ। ਜਿਵੇਂ ਜਿਵੇਂ ਉਮਰ ਪਾਸ ਹੁੰਦੀ ਜਾਂਦੀ ਹੈ, ਨਿਰਬਲਤਾ ਜਿਹੜੀ ਹੈ ਉਹ ਇਸ ਦੇਹ ਵਿੱਚ ਆ ਜਾਂਦੀ ਹੈ, ਬਲ ਚਲਾ ਜਾਂਦਾ ਹੈ। ਆਪ ਇਸ ਤੋਂ ਦੂਰ ਹੋ। ਸਾਰੀਆਂ ਤਾਕਤਾਂ ਦੇ ਜਿੰਨੀ ਪਾਵਰ ਹੈ, ਜਿੰਨੀਆਂ ਤਾਕਤਾਂ ਹਨ, ਉਹ ਆਪ ਜੀ ਦੁਨੀਆ ਦੇ ਜੀਵਾਂ ਨੂੰ ਬਖਸ਼ਿਸ਼ ਕਰ ਰਹੇ ਹੋ, ਦੇ ਰਹੇ ਹੋ।
भगवती छंद तव प्रसाद कथते। के आछिज देसै के आभिज भेसै के आगंज करमै के आभंज भरमै। चीज़ां छिज ਜਾਂਦੀਆਂ ਹਨ। ਜਿਹੜੇ ਲੋਕ ਮਾਤਾਵਾਂ ਭੈਣਾਂ ਸਿਆਣੇ ਕੱਪੜੇ ਖਰੀਦਦੇ ਹਨ ਬੈਠੇ ਬੈਠੇ, ਅੰਗੂਠੇ ਨਾਲ ਉਂਗਲ ਨਾਲ ਖਿੱਚ ਕੇ ਦੇਖ ਲੈਂਦੇ ਹਨ, ਛਿਜਦਾ ਤੇ ਨਹੀਂ। ਮਾੜਾ ਜਿਹਾ ਵੀ ਛਿਜ ਜਾਵੇ ਝੱਟ ਉਹ ਥਾਨ ਛੱਡ ਦਿੰਦੇ ਹਨ, ਇਹ ਤਾਂ ਛਿਜ ਰਿਹਾ ਹੈ, ਨਾਸ ਹੋ ਰਿਹਾ ਹੈ। ਦੁਨੀਆ ਤੁਸਾਂ ਬਣਾਈ ਹੈ, ਇਹ ਛਿਜ ਜਾਂਦੀ ਹੈ, ਬਿਰਧ ਹੋ ਜਾਂਦੀ ਹੈ। ਲੱਤਾਂ ਬਾਹਾਂ ਆਲ ਬਾਡੀ ਕਮਜ਼ੋਰ ਪੈ ਜਾਂਦੀ ਹੈ। ਉਸ ਕੱਪੜੇ ਵਾਂਗੂ ਛਿਜ ਜਾਂਦੀ ਹੈ। ਧਾਗੇ ਦਿਸਣ ਲੱਗ ਪੈਂਦੇ ਹਨ। ਬੰਦੇ ਦੀਆਂ ਪੈਰਾਂ ਦੀਆਂ, ਹੱਥਾਂ ਦੀਆਂ, ਬਾਹਾਂ ਦੀਆਂ, ਮਸਤਕ ਦੀਆਂ ਨਾੜਾਂ ਦਿਸਣ ਲੱਗ ਪੈਂਦੀਆਂ ਹਨ। ਉਸ ਛਿਜੇ ਹੋਏ ਕੱਪੜੇ ਵਾਂਗੂ, ਧਾਗੇ ਵਾਂਗੂ ਤੱਕ ਲੈਣਾ ਬੇਸ਼ੱਕ ਆਪਣੇ ਪੈਰਾਂ ਵੱਲ, ਪਹਿਲਾਂ ਕੀ ਸੀ ਹੁਣ ਕੀ ਹਨ। ਅਕਾਲ ਪੁਰਖ ਵਾਹਿਗੁਰੂ ਜੀ ਉਹ ਨਾਸ ਹੋਣ ਵਾਲੀਆਂ ਚੀਜ਼ਾਂ ਹਨ। ਸਰੀਰ ਵੀ ਨਾਸ ਹੋਣ ਵਾਲਾ ਹੈ, ਪਰ ਆਪ ਸਰੀਰ ਤੋਂ ਰਹਿਤ ਹੋ, ਨਾਸ ਰਹਿਤ ਹੋ, ਅਛਿਜ ਹੋ। ਦੇਸੈ ਦੁਨੀਆ ਦੇ ਆਪੋ ਆਪਣੇ ਦੇਸ ਹਨ। ਹਰ ਕੋਈ ਜਹਾਜ਼ ਫੜ ਕੇ, ਗੱਡੀਆਂ ਮੋਟਰਾਂ ਫੜ ਕੇ ਆਪੋ ਆਪਣੇ ਦੇਸ ਵੱਲ ਚਲਾ ਜਾਂਦਾ ਹੈ, ਪਰ ਵਾਹਿਗੁਰੂ ਜੀ ਇਹਨਾਂ ਸਾਰਿਆਂ ਦੇਸਾਂ ਦੇ ਅਸਲ ਮਾਲਕ ਤੁਸੀਂ ਹੋ, ਕਿਉਂਕਿ ਰਚਨਾ ਤੁਹਾਡੀ ਹੈ, ਸੰਸਾਰ ਤੁਹਾਡਾ ਹੈ। ਪ੍ਰਭ ਸੰਸਾਰ ਉਪਾਇ ਕੈ ਵਸ ਆਪਣੇ ਕੀਤਾ। ਕਿਆ ਭਿਜ ਭੇਸੈ ਦੁਨੀਆ ਦੇ ਰੂਪ ਰੰਗ ਢਲ ਜਾਂਦੇ ਹਨ, ਜਿਵੇਂ ਸੂਰਜ ਢਲਦਾ ਹੈ। ਅੱਜ ਸੂਰਤਾਂ ਕੁਝ ਹਨ, ਕੱਲ ਕੁਝ ਹਨ। ਅੱਜ ਭੇਸ ਕਿੰਨਾ ਸੋਹਣਾ ਲੱਗ ਰਿਹਾ ਹੈ, ਜਚ ਰਿਹਾ ਹੈ, ਕੱਲ ਨੂੰ ਕੁਝ ਸਾਲ ਪਾ ਕੇ ਇਹ ਭੇਸ ਵੀ ਚੰਗਾ ਨਹੀਂ ਲੱਗਦਾ, ਦੇਹ ਬਦਲ ਜਾਂਦੀ ਹੈ। ਅੱਜ ਕਿੰਨਾ ਕਿੰਨਾ ਸੋਨਾ ਪਾਓ ਸੋਹਣਾ ਲੱਗਦਾ ਹੈ, ਕੱਲ ਸੋਨਾ ਓਨਾ ਹੈ ਪਰ ਦੇਹ ਨਹੀਂ। ਸੋਨਾ ਤੇ ਓਨਾ ਹੀ ਸੋਹਣਾ ਹੈ, ਪਰ ਦੇਹ ਹੁਣ ਓਨੀ ਸੋਹਣੀ ਨਹੀਂ ਰਹਿ ਗਈ। ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਭੇਸ ਰਹਿਤ ਹੋ, ਸਦਾ ਇੱਕ ਸਾਰ ਹੋ। ਦੁਨੀਆ ਦਾ ਰੰਗ ਰੂਪ ਸਭ ਭੇਸ ਬਦਲਦੇ ਰਹਿੰਦੇ ਹਨ, ਕੱਪੜੇ ਵੀ ਰੋਜ਼ ਬਦਲਦੇ ਰਹਿੰਦੇ ਹਨ। ਅੱਜ ਕੋਈ ਰੰਗ ਹੈ, ਕੱਲ ਕੋਈ ਰੰਗ ਹੈ। ਧੰਨ ਹੋ ਤੁਸੀਂ ਜੋ ਸਾਰਿਆਂ ਦੀ ਪਾਲਣਾ ਕਰ ਰਹੇ ਹੋ, ਸਭ ਦਾ ਤਨ ਕੱਜ ਰਹੇ ਹੋ। ਦੁਨੀਆ ਭਿੱਜੀ ਪਈ ਹੈ, ਤੁਸੀਂ ਅਭਿੱਜ ਹੋ। ਦੁਨੀਆ ਚੀਜ਼ਾਂ ਵਿੱਚ, ਪਦਾਰਥਾਂ ਵਿੱਚ ਆਪਣੇ ਮਨ ਨੂੰ ਭਿਉਂ ਰੱਖਿਆ ਹੈ। ਆਪ ਨਾਸ ਰਹਿਤ ਸਰੂਪ ਵਾਲੇ ਹੋ ਅਕਾਲ ਪੁਰਖ ਜੀ। ਤਾਈਓ ਤੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਨੂੰ ਜਪਦੇ ਰਹਿਦਾ ਹੈ, ਸਤਨਾਮ ਸ੍ਰੀ ਵਾਹਿਗੁਰੂ। ਕੇ ਆਗੰਜ ਕਰਮੈ ਕੇ ਆਭੰਜ ਭਰਮੈ। ਨਾਸ ਰਹਿਤ ਕਰਮਾਂ ਵਾਲੇ ਹੋ। ਦੁਨੀਆ ਜਿਹੜੇ ਕਰਮ ਕਰਦੀ ਹੈ ਉਹਨਾਂ ਦਾ ਫਲ ਦਾਸ ਨਹੀਂ ਹੁੰਦਾ। ਉਹਨਾਂ ਦਾ ਫਲ ਉਹਨਾਂ ਨੂੰ ਭੋਗਣਾ ਪੈਂਦਾ ਹੈ, ਵੱਢਣਾ ਪੈਂਦਾ ਹੈ। ਜੋ ਜੋ ਬੀਜਿਆ ਹੈ ਉਹਦਾ ਫਲ ਉਹਨਾਂ ਨੂੰ ਕੱਟਣਾ ਪੈਂਦਾ ਹੈ, ਖਾਣਾ ਪੈਂਦਾ ਹੈ। ਕਿਆ ਭੰਜ ਕਰਮੈ ਭਰਮੈ, ਜੋ ਭਰਮਾਂ ਦੇ ਵਿੱਚ ਆਪਣੇ ਸਰੀਰਾਂ ਨੂੰ, ਤਨਾਂ ਨੂੰ ਨਾਸ ਕਰ ਲੈਂਦੇ ਹਨ। ਵਾਹਿਗੁਰੂ ਜੀ ਆਪ
ਨਾਸ ਰਹਿਤ ਹੋ। ਆਪੰਜ ਹੋ, ਇਹ ਸਰੀਰ ਭੰਜਨ ਹੋ ਜਾਂਦਾ ਹੈ, ਟੁੱਟ ਜਾਂਦਾ ਹੈ, ਭਰਮਾਂ ਵਿੱਚ ਪਿਆ ਰਹਿੰਦਾ ਹੈ। ਆਪ ਇਹਨਾਂ ਸਾਰਿਆਂ ਤੋਂ ਵੱਖਰੇ ਹੋ, ਤਾਈਓ ਤੇ ਦੁਨੀਆ ਜਪਦੀ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ। ਕਿ ਆਭੇ ਚ ਲੋਕੈ ਕੇ ਆਦਿਤ ਸੋ ਕੈ। ਜੋ ਨਾਸ ਰਹਿਤ ਹੋ ਤੁਸੀਂ, ਇਹ ਸਾਰੇ ਦੇਸ ਆਦਿ ਆਪ ਜੀ ਦੇ ਹਨ। ਇਹਨਾਂ ਵਿੱਚ ਜਿਹੜੇ ਜੀਵ ਵਸ ਰਹੇ ਹਨ ਸਭ ਤੁਹਾਡੇ ਹਨ, ਤੁਹਾਨੂੰ ਸਭ ਪਿਆਰੇ ਲੱਗਦੇ ਹਨ। ਕਿ ਆਦਿਤ ਸੋ ਕੈ। ਜਿਵੇਂ ਸੂਰਜ ਹੈ, ਕਿੰਨਾ ਤਪਦਾ ਹੈ, ਬਲਦਾ ਹੈ ਜੂਨ ਜੁਲਾਈ ਦੇ ਦਿਨਾਂ ਵਿੱਚ, ਚੀਜ਼ਾਂ ਨੂੰ ਸੁਕਾ ਦਿੰਦਾ ਹੈ। ਵੈਸਾਖ ਦਾ ਮਹੀਨਾ ਆਉਂਦਾ ਹੈ, ਕਣਕਾਂ ਨੂੰ ਜੇ ਕੋਈ ਨੰਗੇ ਤੇ ਸਾਰੇ ਦਾਣੇ ਡਿੱਗ ਪੈਂਦੇ ਹਨ, ਸੁਕਾ ਦਿੰਦਾ ਹੈ। ਉਹ ਤਾਕਤ ਕਿਸ ਨੇ ਦਿੱਤੀ ਹੈ ਸੂਰਜ ਨੂੰ? ਵਾਹਿਗੁਰੂ ਜੀ ਆਪ ਜੀ ਨੇ ਬਖਸ਼ਿਸ਼ ਕੀਤੀ ਹੈ। ਕਿ ਆਦਿਤ ਸੋ ਕਹਿ ਕੇ ਅਵਧੂਤ ਬਰਨੈ, ਕੇ ਵਿਭੂਤ ਕਰਨੈ। ਏਡੇ ਤਪਦੇ ਸੂਰਜ ਨੂੰ ਵੀ ਸ਼ਾਮ ਵੇਲੇ ਅਸਤ ਕਰ ਦਿੰਦੇ ਹੋ। ਚੰਦਰਮਾ ਦੇ ਘਰ ਦੇ ਵਿੱਚ ਭੇਜ ਦਿੰਦੇ ਹੋ। ਸੱਸ ਘਰ ਸੂਰ ਸਮਾਵੈ। ਕਿ ਅਵਧੂਤ ਬਰਨੈ। ਸੁਧ ਸਰੂਪ ਵਾਲੇ ਹੋ ਅਕਾਲ ਪੁਰਖ ਵਾਹਿਗੁਰੂ ਜੀ। ਕਿ ਵਿਭੂਤ ਕਰਨੈ। ਕਿ ਅਵਧੂਤ ਬਰਨੈ, ਕੇ ਬੇਭੂਤ ਕਰਨੈ। ਦੌਲਤਾਂ ਦੇ ਜੇ ਕੋਈ ਤੁਹਾਡਾ ਹੋ ਜਾਵੇ, ਢੇਰ ਲਾ ਦਿੰਦੇ ਹੋ ਉਹਨਾਂ ਦੇ ਅੱਗੇ, ਪਰ ਉਹ ਤੱਕਦੇ ਨਹੀਂ, ਮਨ ਮੁੜ ਜਾਂਦਾ ਹੈ। ਕਿ ਅਵਧੂਤ ਬਰਨੈ, ਕੇ ਬੇਭੂਤ ਕਰਨੈ। ਕਈ ਅਰਥ ਭਰੇ ਗਹਿਰੇ ਹੁੰਦੇ ਹਨ, ਕਈ ਵਾਰੀ ਦਾ ਆਸਰਾ ਸੰਪੂਰਨ ਨਹੀਂ ਕਰ ਸਕਦਾ, ਆਪ ਵੀ ਸੁਧ ਕਰ ਲਿਆ ਕਰੋ। ਕਿ ਰਾਜੰ ਪ੍ਰਭਾ ਹੈ, ਕਿ ਧਰਮੰ ਧੋਜਾ ਹੈ। ਰਾਜਿਆਂ ਦੀ ਸੋਭਾ ਜਿਹੜੀ ਹੈ ਉਹ ਤਾਂ ਹੈ ਜੇ ਤੁਸੀਂ ਉਹਨਾਂ ਨੂੰ ਸੋਭਾ ਦਿਵਾਉਂਦੇ ਹੋ। ਕਿ ਧਰਮੰ ਧੋਜਾ ਹੈ, ਧਰਮ ਦੀ ਧੁਜਾ ਹੋ। ਅਕਾਲ ਪੁਰਖ ਵਾਹਿਗੁਰੂ ਜੀ ਇਹ ਰਾਜਿਆਂ ਦਾ ਮਾਣ ਤਾਣ, ਸੁੰਦਰਤਾ ਸੋਭਾ ਤਾਂ ਹੋ ਰਹੀ ਹੈ, ਇਹ ਤੁਹਾਡੇ ਕੋਲੋਂ ਇਹਨਾਂ ਨੂੰ ਮਿਲੀ ਹੋਈ ਹੈ। ਧਰਮ ਦੀ ਧੁਜਾ ਹੋ, ਆਸਰਾ ਹੋ। ਕਿ ਆਸੋਕ ਬਰਨੈ, ਸ਼ੋਕ ਰਹਿਤ ਹੋ। ਦੁਨੀਆ ਸ਼ੋਕ ਵਿੱਚ ਪੈ ਜਾਂਦੀ ਹੈ। ਕਿ ਸਰਬਾ ਆਭਰਨੈ। ਸਾਰੀ ਦੁਨੀਆ ਦੇ ਜੀਵ ਜਿਹੜੇ ਹਨ, ਤ੍ਰਿਆ ਹਨ, ਪੁਰਖ ਹਨ, ਸਾਰਿਆਂ ਦੇ ਭੂਸ਼ਣ ਤੁਸੀਂ ਹੋ। ਆਪ ਜੀ ਦਾ ਨਾਮ ਜਿਹੜਾ ਹੈ ਉਹ ਉਹਨਾਂ ਦਾ ਗਹਿਣਾ ਹੈ। ਜਿਵੇਂ ਜਿਵੇਂ ਜਪਦੇ ਹਨ, ਨਾਮ ਦੇ ਹਾਰ ਦਾ ਭੂਸ਼ਣ ਜਿਹੜਾ ਹੈ, ਗਹਿਣਾ ਜਿਹੜਾ ਹੈ ਉਹਨਾਂ ਦੇ ਗਲ ਵਿੱਚ ਹੁੰਦਾ ਹੈ। ਜਪਦੇ ਰਹਿੰਦੇ ਹਨ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਮਣਕੇ ਪਰੋਏ ਜਾਂਦੇ ਹਨ, ਹਾਰ ਬਣ ਜਾਂਦਾ ਹੈ ਸਾਵਾਂ ਦੇ ਧਾਗਿਆਂ ਦੇ ਨਾਲ। ਧਾਗਾ ਜਿਹੜਾ ਹੈ ਉਹ ਸਾਵਾਂ ਦਾ ਹੁੰਦਾ ਹੈ, ਮਣਕੇ ਜਿਹੜੇ ਹਨ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। के जगतं कृति हैं, के छत्रं छत्री हैं, के ब्रह्मं स्वरूपै, के अनुभव अनूपै। जगतं कृति हैं, आ जगत जड़ा बनाया है, इनू बनाउण वाले करन वाले तुसी आप हो। के छत्रं छत्री हैं। दुनिया विच भावें कोई कवे कि मैं छतरी हाँ, सूरबीर हाँ,
ਪਰ ਵਾਹਿਗੁਰੂ ਜੀ, ਉਹ ਛਤਰੀ ਤਾਈਓ ਹੈ, ਉਹ ਸੂਰਬੀਰ ਤਾਈਓ ਹੈ ਜੇ ਬਲ ਤੁਹਾਡੇ ਕੋਲੋਂ, ਪਾਵਰ, ਸ਼ਕਤੀ ਉਸ ਨੂੰ ਮਿਲੀ ਹੈ, ਤਾਂ ਉਹ ਸੂਰਬੀਰ ਹੈ, ਛਤਰੀ ਹੈ। ਕਿ ब्रह्मं स्वरूपै के अनुभव अनूपै। ब्रह्म स्वरूप हो अकाल पुरख वाहिगुरु जी के अनुभव अनूपै। ज्ञान स्वरूप हो, उपमा रहत हो, जिन्नी भी उपमा की जावे थोड़ी है। के जगतं कृति हैं, के छत्रंग छत्री हैं, के ब्रह्मं स्वरूप है, के अनुभव अनूपै। ਅੱਜ ਦਾਸਰਾ ਇੱਥੇ ਸਮਾਪਤੀ ਕਰ ਰਿਹਾ ਹੈ। ਜੇ ਜ਼ਿੰਦਗੀ ਰਹੀ ਤਾਂ ਅੱਗੋਂ ਪੜਾਂਗੇ ਕਿ ਆਦ ਆਦੇਵ ਹੈ, ਕਿ ਆਪ ਆਪੇਵ ਹੈ, ਕਿ ਚਿਤਰੰਗ ਵਿਹੀਨ ਹੈ, ਕਿ ਏਕੈ ਅਧੀਨ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਜਪਿਆ ਕਰੋ, ਆਖਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਆਪਣੇ ਮਨ ਨੂੰ ਵੀ ਕਿਹਾ ਕਰੋ ਜਪ ਮਨ, ਸਤਨਾਮ ਸਦਾ ਸਤਨਾਮ। ਕੀਰਤਮ ਨਾਮ ਕਥੇ ਤਿਰ ਜਿਹਬਾ, ਸਤਨਾਮ ਤੇਰਾ ਪਰਾ ਪੂਰਬਲਾ। ਗੁਰਬਾਣੀ ਵਿਚਾਰ ਲੀਡਸ ਯੂਕੇ ਤੋਂ ਦਾਸ ਆਪ ਜੀ ਦਾ ਸੇਵਾਦਾਰ ਦਿਲਬਾਗ ਸਿੰਘ ਪਾਸੋਂ ਆਪ ਜੀ ਨੇ ਪਵਿੱਤਰ ਗੁਰਬਾਣੀ ਜਾਪ ਸਾਹਿਬ ਜੀ ਦੇ ਬਚਨ ਸਰਵਣ ਕੀਤੇ ਹਨ। ਕਈ ਭੁੱਲਾਂ ਹੋ ਜਾਂਦੀਆਂ ਹਨ। ਦਾਸਰਾ ਦੋਵੇਂ ਹੱਥ ਜੋੜ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ ਆਪ ਜੀ ਪਾਸੋਂ ਖਿਮਾ ਮੰਗਦਾ ਹੈ, ਮੁਆਫ ਕਰ ਦਿਓ, ਖਿਮਾ ਕਰ ਦਿਓ। ਸੰਗਤ ਗੁਰੂ ਦਾ ਰੂਪ ਹੈ, ਸੰਗਤ ਨਾਲ ਰਲੇ ਰਹੀਏ ਤੇ ਗੁਰੂ ਮਹਾਰਾਜ ਜੀ ਦੇ ਨਾਲ ਰਲੇ ਰਹੀਦਾ ਹੈ, ਭਲਾ ਹੋ ਜਾਂਦਾ ਹੈ, ਜੀਵਨ ਸਫਲਾ ਹੋ ਜਾਂਦਾ ਹੈ। ਇੱਕੋ ਇੱਕ ਰਸਤਾ ਹੈ ਗੁਰੂ ਦਾ ਦਰ। ਸੰਗਤ ਨਾਲੋਂ ਬੰਦਾ ਵਿਛੜ ਜਾਵੇ, ਅਕਾਲ ਪੁਰਖ ਜੀ ਨਾਲੋਂ ਵੀ ਹੌਲੀ 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 ਵਿਛੜ ਜਾਂਦਾ ਹੈ। ਸਤਿਗੁਰ ਤੇ ਵਿਛੜੇ ਤਿਨੀ ਦੁੱਖ ਪਾਇਆ। ਆਪ ਸਾਧ ਸੰਗਤ ਵੀ ਦਾਸ ਦਿਲਬਾਗ ਸਿੰਘ ਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਕਰਨੀ। ਨਾਮ ਜਪਿਆ ਕਰੋ ਅਕਾਲ ਪੁਰਖ ਵਾਹਿਗੁਰੂ ਜੀ ਦਾ। ਬਾਕੀ ਜਿੰਨਾ ਵੀ ਸੰਸਾਰ ਤੇ ਪਸਾਰਾ ਹੈ, ਕਿਧਰੇ ਵਾਹਿਗੁਰੂ ਜੀ ਸਰਗੁਣ ਸਰੂਪ ਹਨ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਰਾਧਨਾ ਕੀਤੀ ਹੈ। ਉਹ ਜੋ ਆਦਿ ਸ਼ਕਤੀ ਹੈ, ਸਾਨੂੰ ਵੀ ਹੁਕਮ ਕੀਤਾ ਹੈ ਅਕਾਲ ਅਕਾਲ ਜਪਿਆ ਕਰੋ, ਸਤਨਾਮ 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 ਜਪਿਆ ਕਰੋ। ਇਸ ਜੀਭਾ ਦੇ ਨਾਲ ਆਪਣੇ ਮਨ ਨੂੰ ਆਖਿਆ ਕਰੋ, ਬੋਲੋ ਹੋ ਸੱਚ ਨਾਮ ਕਰਤਾਰ। ਸੱਚ ਬੋਲਿਆ ਕਰੋ, ਬੋਲੀਏ ਸੱਚ। ਧਰਮ ਝੂਠ ਨਾ ਬੋਲੀਏ, ਕਿਉਂਕਿ ਝੂਠ ਬੋਲਣਾ ਮੁਰਦਾਰ ਖਾਣਾ ਹੈ। ਕੂੜ ਬੋਲ, ਕੂੜ ਝੂਠ ਨੂੰ ਫਰਮਾਉਂਦੇ ਹਨ, ਮੁਰਦਾਰ ਖਾਏ। ਕਿਉਂਕਿ ਇਹ ਰਸਨਾ ਜਿੰਨੀ ਸੁੱਚੀ ਹੋਵੇਗੀ, ਉਨਾ ਹੀ ਮਨੁੱਖ ਦਾ, ਮਾਨਸ ਦਾ ਭਲਾ ਹੋ ਜਾਵੇਗਾ। ਇਹ ਰਸਨਾ ਸੁੱਚੀ ਹੋਵੇ, ਜਪਦੀ ਰਵੇ ਵਾਹਿਗੁਰੂ ਵਾਹਿਗੁਰੂ ਗੋਬਿੰਦ ਗੋਬਿੰਦ। ਨਾਮ ਜਪਤ ਗੋਬਿੰਦ ਕਾ, ਸੂਚੀ ਪਈ ਰਸਨਾ। ਹੋਰ ਕੋਈ ਤਰੀਕਾ ਨਹੀਂ ਇਸ ਨੂੰ ਸੂਚੀ ਕਰਨ ਦਾ। ਸਿਮਰਨ ਕਰ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਤਨ ਤੇ ਮਨ ਸੁੱਚਾ ਹੋ ਜਾਂਦਾ ਹੈ।
ਇਹ ਤਨ ਵੀ ਝੂਠਾ ਹੋ ਜਾਂਦਾ ਹੈ। ਇਹਨੂੰ ਕਾਹਦੇ ਨਾਲ ਸੁੱਚਾ ਕਰਨਾ ਹੈ? ਤਨ ਸੂਚਾ ਸੋ ਆਖੀਐ ਜਿਸ ਮਹਿ ਸਾਚਾ ਨਾਉ, ਜਿਹਦੇ ਵਿੱਚ ਹੈ ਸਾਚਾ ਨਾਉ। ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਤਨ ਵੀ ਫਿਰ ਸੁੱਚਾ ਹੋ ਜਾਂਦਾ ਹੈ। ਸੁੱਚੇ ਤਨ ਦੇ ਨਾਲ ਲੰਗਰ ਦੀ ਸੇਵਾ, ਸਾਧ ਸੰਗਤ ਦੀ ਸੇਵਾ, ਕੜਾ ਪ੍ਰਸ਼ਾਦ ਦੀ ਸੇਵਾ, ਹੱਥ ਜੋੜ ਕੇ ਫਤਿਹ ਬੁਲਾਉਣ ਦੀ ਸੇਵਾ, ਕਿਉਂਕਿ ਸੁਚਮ ਬੜੀ ਜ਼ਰੂਰੀ ਹੈ। ਸੁਚ ਹੋਵੇ ਤਾਂ ਸੱਚ ਪਾਈਐ, ਸੁਚ ਹੋਵੇ ਤਾਂ ਸੱਚ ਪਾਈਐ, ਤਾਂ ਸੱਚ ਪਾਈਏ, ਤਾਂ ਸੱਚ ਪਾਈਐ। ਭੁੱਲਾਂ ਖਿਮਾ ਕਰ ਦੇਣੀਆਂ। ਅੱਗੋਂ ਜੇ ਜ਼ਿੰਦਗੀ ਰਹੀ ਤਾਂ ਪਾਠ 24 ਦੇ ਵਿੱਚ ਕੁਝ ਸ਼ਲੋਕ ਕਥਾ ਕਰਾਂਗੇ, ਜੇ ਸਤਿਗੁਰੂ ਦਸ਼ਮੇਸ਼ ਪਿਤਾ ਕਲਗੀਆਂ ਵਾਲੇ ਬਾਜਾਂ ਵਾਲੇ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।